ਪੀਟੀਵੀ ਇੰਡੀਆ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਮੇਰੇ ਸਹਿਯੋਗੀ ਮਨਪ੍ਰੀਤ ਰੰਧਾਵਾ। ਔਰ ਅਸੀਂ ਅੱਜ ਥੋੜ੍ਹੀ ਜਿਹੀ ਗੱਲ ਚੋਣਾਂ 'ਤੇ ਫਿਰ ਦੁਬਾਰਾ ਕਰਾਂਗੇ। ਵੋਟਾਂ ਪੈ ਗਈਆਂ ਔਰ ਵੋਟਾਂ ਦੀਆਂ ਮਸ਼ੀਨਾਂ ਸੁਰੱਖਿਅਤ ਵੀ ਕਰ ਲਈਆਂ ਗਈਆਂ। ਰੌਲਾ ਹਾਲੇ ਬਾਕੀ ਹੈ। ਮਨਪ੍ਰੀਤ ਜੀ, ਅੱਜ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਦੁਬਾਰਾ ਪੰਜਾਬ 'ਚ ਸਰਕਾਰ ਬਣਾਉਣ ਜਾ ਰਹੀ ਹੈ। ਇੱਧਰ ਸੂਬੇ ਦੇ ਚੋਣ ਕਮਿਸ਼ਨ ਨੇ ਅੰਕੜੇ ਫਾਈਨਲ ਜਾਰੀ ਕਰਤੇ ਆ। 72% ਤੋਂ ਥੋੜ੍ਹੀ ਜਿਹੀ ਵੱਧ ਵੋਟਿੰਗ ਹੋਈ ਹੈ ਪੰਜਾਬ 'ਚ, ਜਿਹੜੀ ਕਿ ਪਿਛਲੀ ਨਾਲੋਂ 5% ਘੱਟ ਹੈ। ਇਹ 5% ਵੋਟਾਂ ਕਿਉਂ ਘਟੀਆਂ ਹੈ? ਮਾੜਾ ਮੋਟਾ ਕਿਸੇ ਨਾ ਕਿਸੇ ਨੂੰ ਇਹਦਾ ਵੀ ਡਰਾਵਾ ਹੈਗਾ। ਅਸੀਂ ਕੱਲ੍ਹ ਚਰਚਾ ਕੀਤੀ ਸੀ ਕੀ ਸੰਭਾਵਨਾਵਾਂ ਆ। ਵੱਖ-ਵੱਖ ਜਿਹੜੀਆਂ ਏਜੰਸੀਆਂ ਸਰਵੇਖਣ ਕਰਨ ਵਾਲੀਆਂ, ਉਹਨਾਂ ਨੇ ਵੀ ਅੰਕੜੇ ਜਾਰੀ ਕੀਤੇ। ਉਹਨਾਂ ਨੇ ਵੀ ਜੋੜ ਤੋੜ ਦੱਸਿਆ ਵੀ ਇਹਦੀ ਸਰਕਾਰ ਬਣ ਸਕਦੀ ਹੈ, ਇਹਦੀ ਬਣ ਸਕਦੀ ਹੈ। ਕਿਤੇ ਕਾਂਗਰਸ ਦੀ ਬਣਾਈ ਜਾ ਰਹੀ ਹੈ, ਕਿਤੇ ਆਮ ਆਦਮੀ ਪਾਰਟੀ ਦੀ ਬਣਾਈ ਜਾ ਰਹੀ ਹੈ, ਕਿਤੇ ਅਕਾਲੀ ਦਲ ਨੂੰ 9 ਸੀਟਾਂ ਦਿੱਤੀਆਂ ਜਾ ਰਹੀਆਂ, ਕਿਤੇ 25 ਸੀਟਾਂ 22 ਸੀਟਾਂ ਦਿੱਤੀਆਂ ਜਾ ਰਹੀਆਂ, ਕਿਤੇ ਭਾਜਪਾ ਨੂੰ 9 ਸੀਟਾਂ ਦਿੱਤੀਆਂ ਜਾ ਰਹੀਆਂ, ਕਿਤੇ 2 ਸੀਟਾਂ ਦਿੱਤੀਆਂ ਜਾ ਰਹੀਆਂ। ਚਲੋ ਇਹ ਤਾਂ 10 ਮਾਰਚ ਨੂੰ ਪਤਾ ਲੱਗ ਜਾਏਗਾ ਸਰਕਾਰ ਕਿਹਦੀ ਬਣਨੀ ਹੈ। ਦਾਅਵੇਦਾਰੀਆਂ ਵੀ ਸਾਰਿਆਂ ਪਾਸੋਂ ਕੀਤੀਆਂ ਜਾ ਰਹੀਆਂ। ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵੀ ਦਾਅਵੇ ਕਰ ਰਹੀ ਹੈ। ਦਾਅਵੇ ਤਾਂ ਭਾਰਤੀ ਜਨਤਾ ਪਾਰਟੀ ਵੀ ਕਰ ਰਹੀ। ਹੈਰਾਨੀ ਦੀ ਗੱਲ ਇਹ ਆ ਕਿ ਸਾਡੀ ਸਰਕਾਰ ਬਣੇਗੀ। ਔਰ ਇੱਕ ਜਿਹੜੀ ਇਹ ਸਾਰੇ ਜਿਹੜੇ ਇਹ ਘਟਨਾਕ੍ਰਮ ਸੀ, ਚੋਣਾਂ ਦਾ ਜਿਹੜਾ ਦੌਰ ਸੀ, ਸ਼ੋਰ ਸੀ ਜਿਹੜਾ, ਇਹਦੇ ਵਿੱਚ ਜਿਹੜੀ ਲਖੀਮਪੁਰ ਦੇ ਵਿੱਚ ਇੱਕ ਦਰਦਨਾਕ ਘਟਨਾ ਵਾਪਰੀ ਸੀ। ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ, 4 ਕਿਸਾਨਾਂ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਆਸ਼ੀਸ਼ ਮਿਸ਼ਰਾ ਦੇ ਬੇਟੇ ਦੀ ਗੱਡੀ ਨੇ ਦੜ ਦਿੱਤਾ ਸੀ। ਉਹਦੇ ਬੇਟੇ ਨੇ ਸਿੱਧਾ ਆਪਣੀ ਗੱਡੀ ਦੇ ਥੱਲੇ ਦੇ ਕੇ ਮਾਰਤਾ ਸੀ ਕਿਸਾਨਾਂ ਨੂੰ, ਔਰ ਉਹਨੂੰ ਜ਼ਮਾਨਤ ਦੇ ਦਿੱਤੀ ਗਈ, ਜਿਹਦੇ ਖਿਲਾਫ ਅੱਜ ਪਰਿਵਾਰ ਜਿਹੜਾ ਆ ਕਿਸਾਨਾਂ ਦਾ, ਉਹ ਸੁਪਰੀਮ ਕੋਰਟ ਵੀ ਪੁੱਜਿਆ ਹੋਇਆ ਹੈ। ਅਸੀਂ ਸਭ ਤੋਂ ਪਹਿਲਾਂ ਲਖੀਮਪੁਰ ਵਾਲੀ ਘਟਨਾ ਦੀ ਗੱਲ ਕਰਾਂਗੇ। ਇਹ ਜਿਹੜਾ ਚੋਣਾਂ ਦੀਆਂ ਗੱਲਾਂ ਆ, ਇਹ ਅਸੀਂ ਬਾਅਦ 'ਚ ਗੱਲ ਕਰਾਂਗੇ। ਮਨਪ੍ਰੀਤ ਜੀ, ਗੱਲ ਇਹਦੇ 'ਚ ਇਹ ਕਰਨੀ ਬਣਦੀ ਹੈ, ਇੰਨੀ ਵੱਡੀ ਘਟਨਾ ਵਾਪਰ ਜਾਣੀ, ਇੱਕ ਪਾਸੇ ਤਾਂ ਇਰਾਦਾ ਕਤਲ ਦੇ ਦੋਸ਼ ਹੇਠ ਵੀ ਜ਼ਮਾਨਤ ਨਹੀਂ ਮਿਲਦੀ ਕਈਆਂ ਨੂੰ, ਅਤੇ ਦੂਜੇ ਪਾਸੇ ਸਿੱਧਾ 4 ਇਨਸਾਨਾਂ ਨੂੰ ਕੁਚਲ ਦੇਣਾ, ਮਾਰ ਦੇਣਾ, ਔਰ ਉਹਨੂੰ ਇਸ ਤਰ੍ਹਾਂ ਜ਼ਮਾਨਤ ਮਿਲ ਜਾਣੀ। ਇਹ ਕੀ ਬੇਇਨਸਾਫੀ ਹੈ? ਦੇਖੋ ਮਦਨਦੀਪ ਜੀ, ਗੱਲ ਇਹੀ ਹੈ ਕਿ ਜਦੋਂ 3 ਅਕਤੂਬਰ ਸਨ 2021 ਨੂੰ ਇਹ ਘਟਨਾ ਵਾਪਰੀ ਸੀ, ਤੇ ਤੁਹਾਨੂੰ ਯਾਦ ਹੋਣਾ ਕਿ ਇਸ ਘਟਨਾ ਨੇ ਪੂਰੇ ਪੰਜਾਬ ਨੂੰ, ਹਿੰਦੁਸਤਾਨ ਨੂੰ, ਪੂਰੀ ਦੁਨੀਆ ਨੂੰ ਹੈਰਾਨ ਕਰਤਾ ਕਿ ਇਸ ਤਰ੍ਹਾਂ ਵੀ ਕੁਝ ਹਿੰਦੁਸਤਾਨ ਦੇ ਵਿੱਚ ਹੋ ਸਕਦਾ, ਭਾਰਤ ਦੇ ਵਿੱਚ ਹੋ ਸਕਦਾ, ਕਿ ਜਿੱਥੇ ਕਿਸਾਨ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੇ ਵਿੱਚ ਅੰਦੋਲਨ ਕਰ ਰਹੇ ਸੀ, ਸ਼ਾਂਤਮਈ ਢੰਗ ਨਾਲ ਕਰ ਰਹੇ ਸੀ, ਤੇ ਉਹਨਾਂ ਨੂੰ ਪਿੱਛੋਂ 3 SUV ਜਿਹੜੀਆਂ ਆ ਕੇ ਤੇਜ਼ ਰਫ਼ਤਾਰ ਆਉਂਦੀਆਂ ਨੇ ਤੇ ਦਰੜ ਕੇ ਚਲੀਆਂ ਜਾਂਦੀਆਂ ਨੇ। ਤੇ ਉਹਦੇ ਵਿੱਚ ਤੁਸੀਂ ਯਾਦ ਕਰੋ, 4 ਕਿਸਾਨ, 1 ਪੱਤਰਕਾਰ ਤੇ 3 ਭਾਜਪਾ ਦੇ ਵੀ ਜਿਹੜੇ ਵਰਕਰ ਸੀ, ਉਹਨਾਂ ਚੋਂ ਡਰਾਈਵਰ ਵੀ ਸੀ, ਦੋ ਭਾਜਪਾ ਦੇ ਵਰਕਰ ਸੀ, ਉਹਨਾਂ ਦੀ ਵੀ ਮੌਤ ਹੋਈ ਸੀ। ਕੁੱਲ 8 ਵਿਅਕਤੀ ਮਾਰੇ ਗਏ ਸੀ। ਉਸ ਘਟਨਾ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਬਹੁਤ ਰੋਹ ਸੀ, ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚ ਵੀ, ਤੇ ਬਹੁਤ ਸਾਰੇ ਲੋਕ ਜਿਹੜੇ ਆਮ ਲੋਕ ਵੀ, ਉਹਨਾਂ ਨੂੰ ਵੀ ਲੱਗਿਆ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਵਾਕਿਆ ਸਾਰਿਆਂ ਨੂੰ ਸ਼ਰਮਸਾਰ ਕਰਦੀ ਆ। ਖੈਰ, ਉਹ ਘਟਨਾ ਹੋ ਜਾਂਦੀ ਆ। ਉਸ ਤੋਂ ਬਾਅਦ ਜਿਹੜੇ ਕਿਸਾਨ ਆ, ਉਹ ਬਹੁਤ ਰੋਹ ਦੇ ਵਿੱਚ ਅੰਦੋਲਿਤ ਹੁੰਦੇ ਆ, ਉਹ ਆਪਾਂ ਨੂੰ ਪਤਾ ਹੀ ਆ। ਤੇ ਉਹਨਾਂ ਨੇ ਮੰਗ ਕੀਤੀ ਸੀ ਕਿ ਅਜੇ ਮਿਸ਼ਰਾ ਟੈਣੀ, ਜਿਹੜੇ ਗ੍ਰਹਿ ਰਾਜ ਮੰਤਰੀ ਨੇ, ਉਹਨਾਂ ਨੂੰ ਬਰਖਾਸਤ ਕੀਤਾ ਜਾਵੇ, ਕਿਉਂਕਿ ਉਹਨਾਂ ਦਾ ਜਿਹੜਾ ਮੁੰਡਾ ਆਸ਼ੀਸ਼ ਮਿਸ਼ਰਾ ਟੈਣੀ, ਉਹਨੂੰ ਵੈਸੇ ਆਸ਼ੀਸ਼ ਮਿਸ਼ਰਾ ਮੋਨੂ ਵੀ ਕਹਿੰਦੇ ਆ, ਉਹ ਗੱਡੀ ਚਲਾ ਰਿਹਾ ਸੀ, ਤੇ ਉਹਦੇ ਜਿਹੜੇ ਸਾਥੀ ਸੀ, ਉਹਨਾਂ ਨੇ ਇਹ ਸਾਰਾ ਕੁਝ ਜਾਣਬੁੱਝ ਕੇ ਕੀਤਾ। ਖੈਰ, ਕੇਂਦਰ ਨੇ ਕਦੇ ਅਜੇ ਮਿਸ਼ਰਾ ਟੈਣੀ ਨੂੰ ਬਰਖਾਸਤ ਤਾਂ ਨਹੀਂ ਕੀਤਾ, ਉਹ ਗ੍ਰਹਿ ਰਾਜ ਮੰਤਰੀ ਹੈ। ਲੇਕਿਨ ਜਿਹੜੀ 5000 ਸਫ਼ਿਆਂ ਦੀ ਇੱਕ ਚਾਰਜ ਸ਼ੀਟ ਫਾਈਲ ਕੀਤੀ ਗਈ ਸੀ, ਉਹਦੇ ਵਿੱਚ ਇਹ ਜਿਹੜੀ SIT ਬਣਾਈ ਗਈ ਸੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪੁਲਿਸ ਦੀ, ਉਹਨੇ ਬੜੇ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਸੀ ਕਿ ਇਸ ਘਟਨਾ ਨੂੰ ਜਾਣ ਬੁੱਝ ਕੇ, ਇੰਟੈਂਸ਼ਨਲੀ
ਇਹ ਅੰਜਾਮ ਦਿੱਤਾ ਗਿਆ, ਇਹ ਗੱਲ ਬੜੀ ਸਾਫ਼ ਹੋ ਗਈ ਸੀ। ਉਹ ਕਹਿੰਦੇ ਇਹ ਕੋਈ ਭੁੱਲ ਨਹੀਂ ਆ। ਔਰ ਤੁਹਾਨੂੰ ਮੈਂ ਇਹ ਵੀ ਦੱਸਦਾ ਕਿ ਉਸ ਘਟਨਾ ਦੇ ਨਾਲ ਸੰਬੰਧਿਤ, ਕਿਉਂਕਿ 3 ਅਕਤੂਬਰ ਨੂੰ ਇਹ ਘਟਨਾ ਵਾਪਰਦੀ ਆ ਤੇ 25 ਸਤੰਬਰ ਨੂੰ ਇੱਕ ਭਾਸ਼ਣ ਜਿਹੜਾ ਅਜੇ ਮਿਸ਼ਰਾ ਟੈਣੀ ਜਿਹੜੇ ਗ੍ਰਹਿ ਰਾਜ ਮੰਤਰੀ ਆ ਉਹਨਾਂ ਦਾ ਭਾਸ਼ਣ ਆਉਂਦਾ, ਜਿਸ ਭਾਸ਼ਣ ਦੇ ਵਿੱਚ ਉਹ ਕਹਿ ਰਹੇ ਹੁੰਦੇ ਆ ਕਿ ਮੈਂ ਲਖੀਮਪੁਰ ਦੀ ਜਨਤਾ ਨੂੰ ਸਬਕ ਸਿਖਾ ਦੂੰ, 2 ਮਿੰਟ ਚ ਸਿੱਧਾ ਕਰ ਦੂੰ, ਇਹ ਕਿਸਾਨਾਂ ਨੂੰ ਸਿੱਧਾ ਕਰ ਦੂੰ। ਇਹਨਾਂ ਨੂੰ ਪਤਾ ਨਹੀਂ ਆ ਕਿ ਮੈਂ ਕੌਣ ਆ, ਤੇ ਜੇ ਇਹਨਾਂ ਨੂੰ ਪਤਾ ਲੱਗ ਜਾਏ ਤੇ ਫਿਰ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਮੇਰਾ ਪਿਛੋਕੜ ਕੀ। ਇਹੋ ਜਿਹੀਆਂ ਗੱਲਾਂ ਬਾਹਰ ਆਉਂਦੀਆਂ ਤੇ ਉਸ FIR ਦੇ ਵਿੱਚ ਅਜੇ ਮਿਸ਼ਰਾ ਟੈਣੀ ਦਾ ਵੀ ਨਾਂ ਲਿਖਿਆ ਗਿਆ ਸੀ, ਹਾਲਾਂਕਿ ਉਹਨਾਂ ਤੇ ਦੋਸ਼ ਨਹੀਂ ਕਦੇ ਆਇਦ ਹੋਏ। ਸੋ ਕਹਿਣ ਦਾ ਮਤਲਬ ਸਾਰਾ ਕੁਝ ਚੱਲ ਰਿਹਾ ਸੀ। ਉਸ ਤੋਂ ਬਾਅਦ ਖੈਰ ਬਹੁਤ ਪਬਲਿਕ ਪ੍ਰੈਸ਼ਰ ਪੈਂਦਾ, ਕਿਸਾਨਾਂ ਦਾ ਪ੍ਰੈਸ਼ਰ ਪੈਂਦਾ ਤੇ ਬਾਅਦ ਚ ਆਸ਼ੀਸ਼ ਮਿਸ਼ਰਾ ਟੈਣੀ ਨੂੰ ਉਹਨਾਂ ਨੂੰ ਫੜ ਲਿਆ ਜਾਂਦਾ, ਗ੍ਰਿਫਤਾਰ ਕਰ ਲਿਆ ਜਾਂਦਾ। ਲੇਕਿਨ ਪਿਛਲੇ ਦਿਨਾਂ ਦੇ ਦੌਰਾਨ 18 ਫਰਵਰੀ ਨੂੰ ਉਹਨਾਂ ਦੀ ਬੇਲ ਹੋ ਜਾਂਦੀ ਹੈ। ਵੈਸੇ ਬੇਲ ਦੀ ਪਹਿਲਾਂ ਵੀ ਗੱਲ ਹੋਈ ਸੀ, ਲੇਕਿਨ ਕਿਸੇ ਟੈਕਨੀਕਲ ਕਾਰਨ ਕਰਕੇ ਜਿਹੜੀ ਬੇਲ ਐਪਲੀਕੇਸ਼ਨ ਸੀ ਉਹਦੇ ਵਿੱਚ ਜਿਹੜੇ ਇਲਾਹਾਬਾਦ ਹਾਈ ਕੋਰਟ ਨੇ ਕਿਹਾ ਸੀ ਕਿ ਤੁਸੀਂ 302 ਦਾ ਤੇ 120B ਜਿਹਨੂੰ ਕਿ ਕ੍ਰਿਮੀਨਲ ਕਨਸਪੀਰੇਸੀ ਕਹਿੰਦੇ ਆ, ਉਹ ਤੁਸੀਂ ਜਿਹੜੀਆਂ ਧਾਰਾਵਾਂ ਉਹ ਲਾਉਣੀਆਂ ਭੁੱਲ ਗਏ ਆਪਣੀ ਐਪਲੀਕੇਸ਼ਨ ਦੇ ਵਿੱਚ, ਉਹ ਵੀ ਤੁਸੀਂ ਆਇਦ ਕਰੋ। ਉਸ ਤੋਂ ਬਾਅਦ ਉਹਨਾਂ ਦੀ ਬੇਲ ਹੁੰਦੀ ਹੈ ਤੇ ਹੁਣ ਇੱਕ ਫੇਰ ਬਵਾਲ ਜਿਹੜਾ ਵਿਵਾਦ ਖੜਾ ਹੋ ਗਿਆ। ਉਹੀ ਕਿਸਾਨਾਂ ਦੇ ਪਰਿਵਾਰ ਜਿਹੜੇ ਉਸ ਘਟਨਾ ਉਸ ਦੁਰਘਟਨਾ ਦੇ ਵਿਕਟਮ ਸੀ, ਜਿਹੜੇ ਭੋਗੀ ਸੀ, ਉਹ ਹੁਣ ਸੁਪਰੀਮ ਕੋਰਟ ਦਾ ਉਹਨਾਂ ਨੇ ਦਰਵਾਜ਼ਾ ਖੜਕਾਇਆ ਔਰ ਉਹਨਾਂ ਨੇ ਕਿਹਾ ਕਿ ਆਸ਼ੀਸ਼ ਮਿਸ਼ਰਾ ਨੂੰ ਬੇਲ ਜਾਂ ਜ਼ਮਾਨਤ ਬਿਲਕੁਲ ਨਹੀਂ ਸੀ ਮਿਲਣੀ ਚਾਹੀਦੀ, ਔਰ ਖਾਸ ਤੌਰ ਤੇ ਜਿਸ ਤਰ੍ਹਾਂ ਦੇ ਉਹਨਾਂ ਤੇ ਸੰਗੀਨ ਦੋਸ਼ ਨੇ ਇਸ ਨੂੰ ਲੈ ਕੇ ਤਾਂ ਉਹਨਾਂ ਨੂੰ ਬੇਲ ਨਹੀਂ ਮਿਲਣੀ ਚਾਹੀਦੀ। ਹੁਣ ਦੇਖਦੇ ਹਾਂ ਕਿ ਸੁਪਰੀਮ ਕੋਰਟ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪ੍ਰਤੀ ਕੀ ਰੁਖ ਹੁੰਦਾ। ਜੀ ਦੂਜੀ ਗੱਲ ਇਹ ਵੀ ਹੈ ਕਿ ਮੈਂ ਦੇਖ ਰਿਹਾ ਸੀ ਟਕੈਤ ਹੋਣੇ ਵੀ ਇਸ ਮਾਮਲੇ ਤੇ ਬਿਲਕੁਲ ਉਹ ਉਸੇ ਤਰ੍ਹਾਂ ਸਖਤ ਨੇ ਜਿਵੇਂ ਅੰਦੋਲਨ ਦੇ ਦੌਰਾਨ ਉਹਨਾਂ ਦਾ ਜੋ ਅਸੀਂ ਰਵੱਈਆ ਦੇਖਿਆ ਆ। ਔਰ ਉਹ ਇਹ ਸਾਫ਼ ਕਹਿ ਰਹੇ ਆ ਕਿ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਕਿਸਾਨ ਫਿਰ ਅੰਦੋਲਨ ਕਰ ਸਕਦੇ ਆ, ਫਿਰ ਅੰਦੋਲਨ 'ਤੇ ਆ ਸਕਦੇ ਆ। ਪਰ ਦੂਜੇ ਪਾਸੇ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਇੱਕ ਹਿੱਸਾ ਕਿਸਾਨਾਂ ਦਾ ਪੰਜਾਬ ਦੀਆਂ ਚੋਣਾਂ ਦੇ ਵਿੱਚ ਇੱਧਰ ਜਿਹੜਾ ਇਲੈਕਸ਼ਨ ਦੇ ਵਿੱਚ ਨਿਤਰ ਆਇਆ ਸੀ, ਆਪਣੇ ਉਮੀਦਵਾਰ ਖੜੇ ਕਰ ਦਿੱਤੇ ਸੀ, ਪਾਰਟੀ ਬਣਾ ਲਈ ਸੀ ਰਾਜੇਵਾਲ ਉਹਨਾਂ ਨੇ। ਔਰ ਥੋੜ੍ਹਾ ਜਿਹਾ ਜਿਹੜਾ ਹੈ ਕਿਸਾਨਾਂ ਦੇ ਉਸ ਅੰਦੋਲਨ ਨੂੰ ਜਿਹੜਾ ਉਹ ਜਲਾਉ ਸੀ ਇੱਕ ਅੰਦੋਲਨ ਦਾ, ਉਹ ਦੁਬਾਰਾ ਉਸ ਜਲਾਉ ਸਾਨੂੰ ਦੇਖਣ ਨੂੰ ਦੁਬਾਰਾ ਮਿਲਦਾ ਜਾਂ ਨਹੀਂ ਮਿਲਦਾ, ਇਹ ਇੱਕ ਵੱਖਰੀ ਗੱਲ ਹੋ ਸਕਦੀ ਹੈ। ਪਰ ਮੇਰਾ ਖਿਆਲ ਹੈ ਕਿ ਜੇ ਟਕੈਤ ਹੋਣੀ ਜਿਵੇਂ ਕਹਿ ਰਹੇ ਆ ਕਿ ਉਹ ਦੁਬਾਰਾ ਵੀ ਅੰਦੋਲਨ ਕਰ ਸਕਦੇ ਆ, ਦੁਬਾਰਾ ਅੰਦੋਲਨ ਕਰਦੇ ਆ ਤਾਂ ਕੀ ਉਸ ਤਰ੍ਹਾਂ ਦੀਆਂ ਸੰਭਾਵਨਾਵਾਂ ਫਿਰ ਬਣਦੀਆਂ ਜਾਂ ਨਹੀਂ ਬਣਦੀਆਂ, ਇਹ ਇੱਕ ਸਵਾਲ ਜ਼ਰੂਰ ਹੈ। ਜੀ 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 ਮਦਨਦੀਪ ਜੀ, ਤੁਹਾਡੀ ਗੱਲ ਠੀਕ ਹੈ। ਤੁਸੀਂ ਦੇਖੋ ਪੰਜਾਬ ਦੀਆਂ ਚੋਣਾਂ ਦਾ ਤਾਂ ਠੀਕ ਹੈ, ਬਹੁਤ ਸਾਰੇ ਲੋਕ ਬਲਬੀਰ ਸਿੰਘ ਰਾਜੇਵਾਲ ਨਾਲ ਜਾਂ ਗੁਰਨਾਮ ਸਿੰਘ ਚੰਦੂਨੀ ਹੋਣਾ ਨਾਲ ਸਹਿਮਤ ਨਹੀਂ ਸੀ, ਯਾਨੀ ਕਿ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨਾਲ ਇਲੈਕਸ਼ਨ ਦੇ ਵਿੱਚ ਜਿਹੜੇ ਖੜੇ ਹੋਣ ਤੋਂ ਲੈ ਕੇ ਉਹਨਾਂ ਦੇ ਅੰਦਰ ਮਤਭੇਦ ਉੱਭਰੇ ਸੀ। ਲੇਕਿਨ ਜਿੱਥੋਂ ਤੱਕ ਆਸ਼ੀਸ਼ ਮਿਸ਼ਰਾ ਜਾਂ ਉਹਨਾਂ ਦੇ ਜਿਹੜੇ ਪਿਤਾ ਨੇ ਅਜੇ ਮਿਸ਼ਰਾ ਗ੍ਰਹਿ ਰਾਜ ਮੰਤਰੀ, ਇਹਨਾਂ ਨੂੰ ਲੈ ਕੇ ਜੋ ਕਿਸਾਨਾਂ ਦੀਆਂ ਮੰਗਾਂ ਸੀ ਉਹ ਅੱਜ ਵੀ ਬਰਕਰਾਰ। ਤੁਸੀਂ ਯਾਦ ਕਰੋ ਜਦੋਂ 15 ਜਨਵਰੀ ਨੂੰ ਦੁਬਾਰਾ ਬੈਠਕ ਹੋਈ ਸੀ ਕਿਸਾਨਾਂ ਦੀ, ਉਸ ਵਿੱਚ ਵੀ ਇਹ ਜਿਹੜੇ ਮਸਲੇ ਉੱਠੇ ਸੀ ਔਰ ਜਿਹੜੇ ਬਾਕੀ ਮਸਲੇ ਆ ਉਹਨਾਂ ਨੇ ਇੱਕ ਉਸ ਤੋਂ ਬਾਅਦ 31 ਜਨਵਰੀ ਨੂੰ ਇੱਕ ਦਿਨ ਮਨਾਇਆ ਸੀ ਜਿਸ ਨੂੰ ਕਿਹਾ ਸੀ ਵਿਸ਼ਵਾਸਘਾਤ ਦਿਵਸ। ਉਹ ਵਿਸ਼ਵਾਸਘਾਤ ਦਿਵਸ ਇਸੇ ਕਰਕੇ ਮਨਾਇਆ ਗਿਆ ਸੀ ਕਿ ਕੇਂਦਰ ਸਰਕਾਰ ਨੇ ਜਦੋਂ ਇਹ 3 ਖੇਤੀ ਕਾਨੂੰਨ ਵਾਪਸ ਲਏ ਸੀ, ਉਸ ਤੋਂ ਇਲਾਵਾ ਉਹਨਾਂ ਨੇ ਕਈ ਕੁਝ ਕਿਹਾ ਸੀ ਕਿ ਅਸੀਂ ਤੁਹਾਡੀ MSP ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਸ ਉੱਤੇ ਵੀ ਗੱਲ ਕਰਾਂਗੇ। ਅਸੀਂ ਜਿਹੜੇ ਅਜੇ ਮਿਸ਼ਰਾ ਟੈਣੀ ਆ ਉਹਨਾਂ ਨੇ ਕਿਸਾਨਾਂ ਨੇ ਇਹ ਵੀ ਮੰਗ ਰੱਖੀ ਸੀ ਕਿ ਉਹਨਾਂ ਦੀ ਬਰਖਾਸਤਗੀ ਨੂੰ ਲੈ ਕੇ ਵੀ ਮੰਗ ਰੱਖੀ ਸੀ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਦੇ ਇਸ ਅੰਦੋਲਨ ਦੇ ਦੌਰਾਨ ਕੇਸ ਦਰਜ ਹੋਏ ਆ ਉਹਨਾਂ ਨੂੰ ਵਾਪਸ ਲੈਣ ਦੀ ਗੱਲ ਕਹੀ ਸੀ। ਔਰ ਜਿਹੜੇ ਕਿਸਾਨ ਲਗਭਗ 733 ਦੇ ਕਰੀਬ ਜਿਹੜੇ ਕਿਸਾਨ ਇਸ ਸੰਘਰਸ਼ ਦੌਰਾਨ ਮਾਰੇ ਗਏ ਸੀ ਜਾਂ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਵੀ ਗੱਲ ਸੀ। ਸੋ ਤਮਾਮ ਤਰ੍ਹਾਂ ਦੀਆਂ 5-6 ਹੋਰ ਉਹਨਾਂ ਦੀਆਂ ਮੰਗਾਂ ਸੀ, ਲੇਕਿਨ ਉਹ ਮੰਗਾਂ ਕਦੇ ਪੂਰੀਆਂ ਨਹੀਂ ਹੋਈਆਂ। ਇਸੇ ਕਰਕੇ ਰਾਕੇਸ਼ ਟਕੈਤ ਬਾਰ-ਬਾਰ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਇਹ ਗੱਲ ਦੁਹਰਾਉਂਦੇ ਰਹੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਅੰਦੋਲਨ ਕਰਾਂਗੇ, ਉਹਨਾਂ ਦੇ ਖਿਲਾਫ ਵੋਟ ਦੀ ਚੋਟ ਜਿਹਨੂੰ ਉਹ ਕਹਿੰਦੇ ਆ ਕਿ ਲੋਕਾਂ ਨੂੰ ਕਵਾਂਗੇ ਕਿ ਇਹਨਾਂ ਨੂੰ ਵੋਟ ਨਾ ਪਾਓ, ਉੱਤਰ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਹਰਾਓ, ਕਿਉਂਕਿ ਇਹ ਕਿਸਾਨਾਂ ਦੇ ਹਿਤੈਸ਼ੀ ਨਹੀਂ ਆ, ਕਿਸਾਨਾਂ ਦੇ ਵਿਰੋਧੀ ਆ। ਔਰ ਇਸ ਚੀਜ਼ ਦਾ
ਤੁਸੀਂ ਦੇਖੋ ਇਸ ਚੀਜ਼ ਦਾ ਅਸਰ ਸਾਨੂੰ ਉੱਤਰ ਪ੍ਰਦੇਸ਼ ਦੀਆਂ ਜਿਹੜੀਆਂ ਪਹਿਲੀਆਂ ਦੋ ਦੌਰ ਦੀਆਂ ਚੋਣਾਂ ਸੀ, ਪਹਿਲੇ ਤੇ ਦੂਜੇ ਦੌਰ ਦੇ ਵਿੱਚ ਜਿਹੜੀਆਂ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਸੀ, ਉੱਥੇ ਨਜ਼ਰ ਵੀ ਆਇਆ। ਕਿਉਂਕਿ ਜਿੰਨੇ ਇੱਕ ਹਜੇ ਤੱਕ ਉੱਥੋਂ ਦੀਆਂ ਰਿਪੋਰਟਾਂ ਆ ਰਹੀਆਂ ਨੇ, ਉਸ ਵਿੱਚ ਇਹ ਲੱਗ ਰਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਉੱਥੇ ਹਾਲਤ ਕੋਈ ਜ਼ਿਆਦਾ ਵਧੀਆ ਨਹੀਂ ਆ। ਸੋ ਇਸ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਇਹਦਾ ਲਗਾਤਾਰ ਵਿਰੋਧ ਹੁੰਦਾ ਰਿਹਾ, ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਉਹਨਾਂ ਦੀ ਮੰਗ ਨਾ ਮੰਨੀ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਮੈਂ ਕੁਝ ਰਿਪੋਰਟਾਂ ਇਹ ਵੀ ਦੇਖ ਰਿਹਾ ਸੀ ਕਿ ਜਿਹੜੀ ਤੀਜੇ ਗੇੜ ਦੀਆਂ ਉੱਥੇ ਵੋਟਾਂ ਪਈਆਂ ਉਹਦੇ ਵਿੱਚ ਵੀ ਕਿਸਾਨ ਅੰਦੋਲਨ ਦਾ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲਿਆ ਕਈ ਥਾਵਾਂ 'ਤੇ, ਖਾਸ ਕਰਕੇ ਬੁੰਦੇਲਖੰਡ ਦੇ ਵਿੱਚ। ਜਿਹੜਾ ਬੁੰਦੇਲਖੰਡ ਦਾ ਹਲਕਾ ਆ, ਇੱਕ ਵੱਡੇ ਖੇਤਰ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਅਸਰ ਉੱਥੇ ਵੀ ਦੇਖਣ ਨੂੰ ਮਿਲ ਰਿਹਾ ਸੀ ਤੀਜੇ ਗੇੜ ਦੀਆਂ ਚੋਣਾਂ ਦੇ ਵਿੱਚ ਵੀ। ਪਰ ਪੰਜਾਬ ਦੇ ਅੰਦਰ ਉਸ ਅੰਦੋਲਨ ਦਾ ਕੀ ਅਸਰ ਹੋਇਆ ਹੈ, ਇਹ ਮਨਪ੍ਰੀਤ ਜੀ ਬਹੁਤ ਦਿਲਚਸਪ ਗੱਲ ਦੇਖਣ ਵਾਲੀ ਹੋ ਗਈ, ਕਿਉਂਕਿ ਬਲਬੀਰ ਸਿੰਘ ਰਾਜੇਵਾਲ ਉਹਨਾਂ ਨੂੰ ਕਿੰਨੇ % ਵੋਟਾਂ ਪਈਆਂ, ਕਿੰਨੀਆਂ ਕੁ ਸੀਟਾਂ ਮਿਲਦੀਆਂ ਹੈ, ਇਹ ਵੀ ਦੇਖਣ ਵਾਲੀ ਗੱਲ ਹੈ। ਕਿਉਂਕਿ ਉੱਥੇ ਤਾਂ ਕਿਉਂਕਿ ਸੰਕਟ ਨਹੀਂ ਸੀ ਕਿਸਾਨਾਂ ਦੇ ਅੱਗੇ ਕਿ ਕਿਸਾਨਾਂ ਦੀ ਚੋਣ ਕਰਨੀ ਜਾਂ ਨਹੀਂ ਕਰਨੀ, ਪਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੋਟਿੰਗ ਕਰਨੀ ਹੈ, ਉਹ ਇੱਕ ਚੁਣੌਤੀ ਜ਼ਰੂਰ ਸੀ ਉਹਨਾਂ ਦੇ ਸਾਹਮਣੇ। ਪੰਜਾਬ ਦੇ ਵਿੱਚ ਤਾਂ ਇੱਕ ਸਿੱਧਾ ਜਿਹੜਾ ਹੈਗਾ ਸੀ, ਬਲਬੀਰ ਸਿੰਘ ਰਾਜੇਵਾਲ ਉਹਨਾਂ ਨੇ ਇੱਕ ਸੰਕਟ ਖੜਾ ਕਰ ਦਿੱਤਾ ਕਿ ਜੇ ਤੁਸੀਂ ਸਾਡੇ ਨਾਲ ਹੋ ਤਾਂ ਤੁਸੀਂ ਸਾਡੀ ਚੋਣ ਕਰੋ। ਇਹ ਤਾਂ ਚੋਣ ਨਤੀਜੇ ਦੱਸਣਗੇ, ਪਰ ਇੱਕ ਗੱਲ ਹੋਰ ਜਿਹੜੀ ਸਾਹਮਣੇ ਆ ਰਹੀ ਹੈ ਕਿਸਾਨ ਅੰਦੋਲਨ ਨੂੰ ਲੈ ਕੇ, ਅੱਜ ਉਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਕਾਲੀ ਦਲ ਦੇ ਉੱਪਰ ਬਹੁਤ ਉਂਗਲੀਆਂ ਉੱਠ ਰਹੀਆਂ ਆ। ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਬੜੇ ਦੋਸ਼ ਲੱਗ ਰਹੇ ਆ ਕਿ ਇਹਨਾਂ ਨੇ ਚੋਣਾਂ ਲੜਨ ਲਈ ਡਰਾਮਾ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਛੱਡਤਾ ਸੀ, ਲੇਕਿਨ ਜਿਉਂ ਹੀ ਚੋਣਾਂ ਦਾ ਅਮਲ ਖਤਮ ਹੋਇਆ, ਨਾਲ ਦੇ ਨਾਲ ਹੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਇਹ ਬਿਆਨਬਾਜ਼ੀਆਂ ਕਰਨ ਲੱਗ ਗਈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੁਬਾਰਾ ਫਿਰ ਸਰਕਾਰ ਬਣਾਏਗੀ। ਤੁਹਾਡਾ ਕੀ ਖਿਆਲ ਹੈ, ਇਹ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਕੀਤੀ ਜਾ ਰਹੀ ਹੈ, ਇਹ ਰਾਜਨੀਤੀ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੀ? ਦੇਖੋ, ਮੈਨੂੰ ਲੱਗਦਾ ਜਿੰਨਾ ਕਿਸਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਿਤੇ ਨਾ ਕਿਤੇ ਨਿਰਾਸ਼ ਕੀਤਾ, ਉਸ ਤੋਂ ਕਿਤੇ ਵੱਧ ਨਿਰਾਸ਼ ਆਮ ਆਦਮੀ ਪਾਰਟੀ ਨੇ ਵੀ ਕੀਤਾ। ਤੁਹਾਨੂੰ ਯਾਦ ਹੋਣਾ, ਕਿਉਂਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਜ਼ਰੂਰ ਆਵਾਂਗੇ, ਤੁਹਾਨੂੰ ਯਾਦ ਹੋਣਾ ਕਿ ਆਮ ਆਦਮੀ ਪਾਰਟੀ ਕਿਸੇ ਵਕਤ ਬਲਬੀਰ ਸਿੰਘ ਰਾਜੇਵਾਲ ਹੋਣਾ ਨਾਲ ਗੱਲਬਾਤ ਕਰ ਰਹੀ ਸੀ ਤੇ ਕਈ ਦੌਰ ਦੀਆਂ ਬੈਠਕਾਂ ਤੋਂ ਬਾਅਦ ਆਪਸੀ ਸਹਿਮਤੀ ਨਹੀਂ ਬਣੀ ਤੇ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਬਾਅਦ ਚ ਦੋਸ਼ ਵੀ ਲਾਏ ਕਿ ਸਾਨੂੰ ਇਹ ਬਣਦੀਆਂ ਸੀਟਾਂ ਨਹੀਂ ਸੀ ਦੇ ਰਹੇ, ਸਿਰਫ ਕਹਿ ਰਹੇ ਸੀ ਕਿ 10-12 ਸੀਟਾਂ ਤੇ ਤੁਸੀਂ ਖੜ ਜਾਓ ਤੇ ਚੋਣ ਲੜ ਰਹੋ। ਪਹਿਲਾਂ ਸਾਨੂੰ ਇਹ ਵੀ ਕਹਿੰਦੇ ਸੀ ਕਿ ਤੁਹਾਡਾ ਅਸੀਂ ਮੁੱਖ ਮੰਤਰੀ ਵੀ ਬਣਾ ਦੇਵਾਂਗੇ। ਇੱਕ ਪਾਸੇ ਤਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਤੇ ਦੂਸਰੇ ਪਾਸੇ ਦੇਖੋ ਮਦਨਦੀਪ ਜੀ, ਆਪਣੇ ਕੈਂਡੀਡੇਟਸ ਵੀ ਲਗਾਤਾਰ ਐਲਾਨੀ ਜਾ ਰਹੇ ਸੀ। ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਆਪਸ ਦੇ ਵਿੱਚ ਗੱਠਜੋੜ ਨਹੀਂ ਬਣਦਾ ਜਾਂ ਗੱਲਬਾਤ ਟੁੱਟ ਜਾਂਦੀ ਆ, ਤੇ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਕਈ ਤਰ੍ਹਾਂ ਦੇ ਦੋਸ਼ ਵੀ ਲਾਏ ਸੀ ਕਿ ਆਮ ਆਦਮੀ ਪਾਰਟੀ ਨੇ ਬਹੁਤ ਸਾਰੇ ਕੈਂਡੀਡੇਟਸ ਨੂੰ ਪੈਸੇ ਦੇ ਕੇ ਟਿਕਟਾਂ ਵੰਡੀਆਂ ਨੇ, ਬਹੁਤ ਸਾਰੇ ਕ੍ਰਿਮੀਨਲ ਜਿਹੜੇ ਐਲੀਮੈਂਟਸ ਨੇ ਉਹ ਆਮ ਆਦਮੀ ਪਾਰਟੀ 'ਚ ਵੜ ਗਏ ਆ। ਔਰ ਤੁਹਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਇੱਕ ਉਹ ਪਾਰਟੀ ਆ ਜਿਸ ਨੇ ਦਿੱਲੀ ਦੇ ਵਿੱਚ ਜਿਹੜੇ 3 ਖੇਤੀ ਕਾਨੂੰਨ ਆਏ ਸੀ, ਉਹਨਾਂ 'ਚੋਂ ਇੱਕ ਕਾਨੂੰਨ ਨੂੰ ਸਭ ਤੋਂ ਪਹਿਲਾਂ ਨੋਟੀਫਾਈ ਵੀ ਕੀਤਾ ਸੀ। ਇਸ ਗੱਲ ਨੂੰ ਵੀ ਕਦੇ ਵੀ ਕਿਸਾਨਾਂ ਨੇ ਭੁੱਲਿਆ ਨਹੀਂ ਤੇ ਨਾ ਹੀ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਕਦੇ ਨਜ਼ਰਅੰਦਾਜ਼ ਕਰਾਂਗੇ। ਹੁਣ ਆਉਣੇ ਸ਼੍ਰੋਮਣੀ ਅਕਾਲੀ ਦਲ ਤੇ। ਦੇਖੋ, ਸ਼੍ਰੋਮਣੀ ਅਕਾਲੀ ਦਲ ਤੁਹਾਨੂੰ ਯਾਦ ਹੋਣਾ ਕਿ ਜਦੋਂ ਸੰਨ 2020 ਚ ਇਹ ਪਹਿਲਾਂ ਆਰਡੀਨੈਂਸ ਦੇ ਰੂਪ ਦੇ ਵਿੱਚ ਇਹ ਕਾਨੂੰਨ ਆਉਂਦੇ ਨੇ ਤੇ ਫਿਰ ਬਿੱਲਾਂ ਦੇ ਰੂਪ ਦੇ ਵਿੱਚ, ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸੀਨੀਅਰ ਲੀਡਰਸ਼ਿਪ ਬਿਲਕੁਲ ਇਹਨਾਂ ਦੇ ਪਿੱਛੇ ਖੜੀ ਸੀ, ਇਹਨਾਂ ਦਾ ਸਮਰਥਨ ਕਰ ਰਹੀ ਸੀ। ਲੇਕਿਨ ਜਦੋਂ ਉਹਨਾਂ ਨੂੰ ਲੱਗਿਆ ਕਿ ਇਸ ਨਾਲ ਉਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਆ ਉਹ ਕਿਤੇ ਖੁੱਸ ਰਹੀ ਆ, ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਰੂਰਲ ਵੋਟ ਬੈਂਕ ਆ ਉਹ ਕਿਤੇ ਉਹਨਾਂ ਤੋਂ ਅੱਖੋਂ ਪਰੋਲੇ ਹੋ ਜਾਏਗਾ, ਤੇ ਫਿਰ ਉਹਨਾਂ ਨੇ ਮਨ ਬਣਾਇਆ ਕਿ ਉਹ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਦੇਣ। ਉਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਹੋਣਾ ਨੇ ਕੈਬਨਿਟ ਚੋਂ ਅਸਤੀਫਾ ਵੀ ਦਿੱਤਾ। ਲੇਕਿਨ ਜਿਹੜੀਆਂ ਹੁਣ ਗੱਲਾਂ ਚੱਲ ਰਹੀਆਂ ਨੇ, ਦੇਖੋ ਉਹ ਆਪਣੇ ਆਪ ਦੇ ਵਿੱਚ ਬਹੁਤ ਇੰਡੀਕੇਸ਼ਨ ਆ। ਤੁਹਾਨੂੰ ਯਾਦ ਹੋਣਾ ਜਦੋਂ ਅਨਿਲ ਜੋਸ਼ੀ ਹੋਣੀ ਭਾਰਤੀ ਜਨਤਾ ਪਾਰਟੀ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਚ ਆਏ ਸੀ, ਤੇ ਉਸ ਤੋਂ ਬਾਅਦ ਮਦਨ ਮੋਹਨ ਮਿੱਤਲ ਆ ਗਏ ਸੀ, ਤੇ ਹੋਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੇ ਰੁਕ ਕੀਤਾ ਹੋਇਆ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਬੀਜੇਪੀ ਨੂੰ ਪੰਜਾਬ ਦੇ ਵਿੱਚ ਵੋਟਾਂ ਨਹੀਂ ਪੈਣੀਆਂ, ਤੇ ਕਿਉਂ ਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਦੀ ਪੁਰਾਣੀ ਭਾਈਵਾਲ ਪਾਰਟੀ ਆ, ਇਹਨਾਂ ਦੁਆਰਾ ਹੀ ਅਸੀਂ ਦੁਬਾਰਾ ਵਿਧਾਨ ਸਭਾ 'ਚ ਪਹੁੰਚ ਜਾਈਏ। ਪਰ ਲੋਕਾਂ ਨੂੰ ਪਤਾ ਲੱਗ ਗਿਆ, ਰੌਲਾ ਪੈ ਗਿਆ ਕਿ ਕੀ ਤੁਸੀਂ ਸਾਰੇ ਬੈਕਡੋਰ ਐਂਟਰੀਆਂ ਕਰ ਰਹੇ ਹੋ, ਇਹ ਤਾਂ ਤੁਸੀਂ ਆਪਣਾ ਰੂਟ ਹੀ ਬਦਲਿਆ, ਅੱਜ ਵੀ ਤੁਸੀਂ ਉਹੀ ਹੋ। ਤੇ ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਉਸ ਗੱਲ ਤੇ ਆਉਣਾ, ਜਦੋਂ ਇਹ ਕਹਿ ਦੇਣਾ ਕੁਝ ਲੀਡਰਸ ਦਾ, ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਵੀ ਸ਼ਾਇਦ ਇਸ ਤਰ੍ਹਾਂ ਦਾ ਕੋਈ ਬਿਆਨ ਆਇਆ ਕਿ ਸ਼ਾਇਦ
ਅਸੀਂ ਮਿਲੀ ਜੁਲੀ ਸਰਕਾਰ ਬਣਾ ਲਈਏ ਤਾਂ ਫਿਰ ਲੋਕ ਉਹੀ ਸਵਾਲ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਕਦੇ ਵੀ ਦੂਰ ਨਹੀਂ ਸੀ ਹੋਇਆ, ਉਹ ਤਾਂ ਹਮੇਸ਼ਾ ਹੀ ਇਕੱਠੇ ਸੀ। ਪਿਛਲੇ ਦਿਨਾਂ 'ਚ ਹਾਲਾਂਕਿ ਪ੍ਰਧਾਨ ਮੰਤਰੀ ਨੇ ਇਹ ਗੱਲ ਇੱਕ ਆਪਣੇ ਭਾਸ਼ਣ ਦੇ ਵਿੱਚ ਕਹੀ ਕਿ ਅਸੀਂ ਤਾਂ ਬਹੁਤ ਸਾਥ ਨਿਭਾਇਆ, ਲੇਕਿਨ ਸਾਨੂੰ ਬਣਦਾ ਸਨਮਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਮਿਲਿਆ ਤੇ ਸਾਡੇ ਮਨੋਰੰਜਨ ਕਾਲੀਆ ਜਿਹੜੇ ਉਹਨਾਂ ਦੇ ਇੱਕ ਜਲੰਧਰ ਦੇ ਨੇਤਾ ਨੇ, ਉਹਨਾਂ ਨੂੰ ਡਿਪਟੀ ਚੀਫ ਮਿਨਿਸਟਰ ਨਹੀਂ ਬਣਾਇਆ ਬਲਕਿ ਆਪਣੇ ਮੁੰਡੇ ਨੂੰ ਬਣਾ ਲਿਆ। ਇਹ ਵੀ ਗੱਲ ਉਹਨਾਂ ਨੇ ਕਹੀ ਆ। ਖੈਰ ਹੁਣ ਆਉਣ ਵਾਲਾ ਸਮਾਂ ਦੱਸੋ, ਲੇਕਿਨ ਇਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਤੇ ਭਾਰਤੀ ਜਨਤਾ ਪਾਰਟੀ ਉੱਤੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੋਣਗੇ ਕਿ ਇਹ ਤਾਂ ਇੱਕ ਹੀ ਸੀ, ਸਿਰਫ ਇੱਕ ਲੋਕ ਦਿਖਾਵਾ ਕਰਨ ਵਾਸਤੇ ਇਹਨਾਂ ਨੇ ਗਠਬੰਧਨ ਆਪਣਾ ਤੋੜਿਆ ਸੀ। ਪਰ ਇਹਦੇ 'ਚ ਇੱਕ ਅੱਧਾ ਸਵਾਲ ਹੋਰ ਵੀ ਜਿਹੜਾ ਹੈ ਉਹ ਬਣਦਾ ਆ ਕਿ ਸ਼੍ਰੋਮਣੀ ਅਕਾਲੀ ਦਲ ਇਹ ਸਮਝ ਕੇ ਬੈਠੇ ਆ ਅਕਾਲੀ ਦਲ ਨੇਤਾ ਕਿ ਅੱਗੇ ਤੋਂ ਕਿਸਾਨ ਅੰਦੋਲਨ ਨਹੀਂ ਹੋਊਗਾ ਪੰਜਾਬ 'ਚ, ਕਿ ਇਹਨਾਂ ਨੂੰ ਲੱਗਦਾ ਹੈ ਕਿ ਕਿਸਾਨ ਅੰਦੋਲਨ ਦਾ ਖਾਤਮਾ ਹੋ ਚੁੱਕਿਆ, ਬਸ ਉਹ ਤਿੰਨ ਜਿਹੜੇ ਕਾਨੂੰਨ ਜਿਹੜੇ ਸੀ ਉਹ ਮੰਨ ਲਏ ਗਏ ਕਿ ਵਾਪਸ ਲੈ ਲਏ, ਉਸ ਤੋਂ ਬਾਅਦ ਇਸ ਅੰਦੋਲਨ ਦੀ ਲੋੜ ਨਹੀਂ ਪੈਣੀ ਜਾਂ ਅੰਦੋਲਨ ਉੱਠੇਗਾ ਨਹੀਂ। ਜਦ ਕਿ ਰਕੇਸ਼ ਟਕੈਤ ਲਗਾਤਾਰ ਇਹ ਕਹਿ ਰਹੇ ਕਿ ਸਾਨੂੰ ਹੋ ਸਕਦਾ ਕਿ ਅੰਦੋਲਨ ਦੁਬਾਰਾ ਵਿੱਢਣਾ ਪਏ ਕਿਉਂਕਿ MSP ਦਾ ਮਾਮਲਾ ਵੀ ਹਾਲੇ ਵਿਚਾਲੇ ਖੜਾ ਆ ਔਰ ਕਿਸਾਨਾਂ ਦੀ ਹਾਲਤ ਜੋ ਹੈ ਉਹ ਹਾਲੇ ਉਹਦੇ 'ਚ ਕੋਈ ਸੁਧਾਰ ਤਾਂ ਹੋਇਆ ਨਹੀਂ ਤੇ ਨਾ ਹੀ ਹੋਣ ਦੀ ਕੋਈ ਸੰਭਾਵਨਾ ਆ ਨੇੜੇ। ਸੋ ਕਿਸਾਨਾਂ ਨੂੰ ਆਪਣੇ ਹਿੱਤਾਂ ਦੇ ਲਈ ਅੰਦੋਲਨ ਤੋਂ ਇਲਾਵਾ ਤਾਂ ਕੋਈ ਹੋਰ ਦੂਸਰਾ ਰਸਤਾ ਲੱਭਣਾ ਨਹੀਂ ਜੋ ਲੱਗ ਰਿਹਾ, ਜੋ ਸੰਭਾਵਨਾਵਾਂ ਸਾਨੂੰ ਲੱਗ ਰਹੀਆਂ ਆ। ਤਾਂ ਅਕਾਲੀ ਦਲ ਪਾਕ ਸਾਫ ਕਿਵੇਂ ਆਪਣੇ ਆਪ ਨੂੰ ਸਮਝਦਾ ਕਿ ਠੀਕ ਹੈ ਇੱਕ ਵਾਰ ਫਿਰ ਅਸੀਂ ਹੁਣ ਜਿਹੜੀ ਪੁਰਾਣੀ ਸਾਂਝ ਹੈ ਸਿਆਸੀ ਸਾਂਝ ਭਾਰਤੀ ਜਨਤਾ ਪਾਰਟੀ ਨਾਲ ਉਹ ਅਸੀਂ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ। ਕਿ ਇਹ ਗਲਤੀ ਨਹੀਂ ਹੋਊਗੀ ਸ਼੍ਰੋਮਣੀ ਅਕਾਲੀ ਦਲ ਦੀ, ਜਿਹੜੀ ਗਲਤੀ ਉਹਨਾਂ ਨੇ ਪਹਿਲਾਂ ਕੀਤੀ ਸੋ ਗਲਤੀ ਫਿਰ ਦੁਹਰਾ ਰਹੇ ਆ ਇਹ? ਦੇਖੋ ਮਦਨਦੀਪ ਜੀ, ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਹੁੰਦੀਆਂ, ਇਹ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਉਹ ਮੌਕਾ ਪ੍ਰਸਤ ਬਹੁਤ ਹੁੰਦੀਆਂ, ਸਮੇਂ ਦੀ ਨਜ਼ਾਕਤ ਨੂੰ ਕਹਿੰਦੇ ਆ ਸਮਝਦੇ ਆ, ਜਾਂ ਤੁਸੀਂ ਕਹਿ ਲਓ ਕਿ ਇਹਨਾਂ ਦੇ ਵਿੱਚ ਓਪਰਚੁਨਿਜ਼ਮ ਬਹੁਤ ਹੁੰਦਾ। ਇਹ ਅਕਸਰ ਉਸੇ ਵਕਤ ਕੀ ਫੈਸਲਾ ਲੈਣਾ, ਕਈ ਵਾਰੀ ਜਿਹੜੀਆਂ ਪੁਰਾਣੀਆਂ ਜਾਂ ਇਤਿਹਾਸ ਦੀਆਂ ਗੱਲਾਂ ਉਹਨਾਂ ਨੂੰ ਭੁੱਲ ਜਾਂਦੇ ਨੇ, ਜਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਹੁਣ ਇਹ ਦੁਬਾਰਾ ਗੱਲਾਂ ਨਹੀਂ ਹੋ ਸਕਣਗੀਆਂ। ਦੇਖੋ ਜਿਹੜਾ ਕਿਸਾਨਾਂ ਦਾ ਅੰਦੋਲਨ ਆ ਅੱਜ ਵੀ ਉਹ ਸੁਲਗਦਾ, ਅੱਜ ਵੀ ਉਹਨਾਂ ਦੇ ਬਹੁਤ ਸਾਰੇ ਮਸਲੇ ਆ ਉਹ ਹੱਲ ਨਹੀਂ ਹੋਏ। ਚਾਹੇ ਤੁਸੀਂ ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕਰੋ, ਚਾਹੇ ਡਾਕਟਰ ਦਰਸ਼ਨਪਾਲ ਹੋਣਾ ਦੀ ਗੱਲ ਕਰੋ, ਜਾਂ ਹੋਰ ਤਮਾਮ ਉਹਨਾਂ ਦੇ ਆਗੂਆਂ ਦੀ ਗੱਲ ਕਰੋ, ਜਾਂ ਜਿਹੜੇ ਯੂਪੀ ਤੋਂ ਨੇ ਜਿਵੇਂ ਰਕੇਸ਼ ਟਕੈਤ ਨੇ ਜਾਂ ਹੋਰ ਨੇਤਾ ਨੇ ਯੋਗਿੰਦਰ ਯਾਦਵ ਨੇ, ਇਹ ਸਾਰੀ ਗੱਲਾਂ ਕਰਦੇ ਕਿ ਸਾਨੂੰ ਦੁਬਾਰਾ ਅੰਦੋਲਨ ਕਰਨਾ ਪੈਣਾ ਕਿਉਂਕਿ ਜਿਹੜੀਆਂ ਉਹਨਾਂ ਦੀਆਂ ਪਹਿਲੀਆਂ ਮੰਗਾਂ ਸੀ ਉਹ ਅੱਜ ਤੱਕ ਕੇਂਦਰ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ। ਤੇ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੰਦੂਨੀ ਹੋਣਾ ਤੇ ਵੀ ਇਹ ਦੋਸ਼ ਲੱਗਦੇ ਨੇ ਕਿ ਇਹ ਕਿਸਾਨੀ ਅੰਦੋਲਨ ਨੂੰ ਵਿੱਚੇ ਅਧੂਰਾ ਛੱਡ ਕੇ ਇਹ ਰਾਜਨੀਤੀ ਕਰਨ ਲੱਗ ਗਏ, ਇਹਨਾਂ ਨੂੰ ਸਿਆਸਤ ਦੀ ਪੈ ਗਈ, ਇਸ ਤਰ੍ਹਾਂ ਦੇ ਵੀ ਇਲਜ਼ਾਮ ਲੱਗਦੇ ਨੇ। ਹਾਲਾਂਕਿ ਉਹਨਾਂ ਦੀ ਸਫਾਈ ਆਉਂਦੀ ਆ ਕਿ ਸਾਨੂੰ ਰਾਜਨੀਤੀ ਦੇ ਵਿੱਚ ਆਪਣੇ ਹਿੱਤ ਲਈ ਜਾਣਾ ਪੈਣਾ, ਪਰ ਇਹ ਸਾਰਾ ਇਹਦਾ ਇੱਕ ਦੂਸਰਾ ਪਹਿਲੂ ਇਹ ਵੀ ਆ। ਸੋ ਇਹ ਕਹਿ ਦੇਣਾ ਕਿ ਸਿਆਸੀ ਜਿਹੜੀਆਂ ਪਾਰਟੀਆਂ ਇਹਨਾਂ ਨੂੰ ਪਤਾ ਨਹੀਂ ਆ ਕਦੇ ਵੀ ਜਿਹੜੇ ਇਹ ਅੰਦੋਲਨ ਆ ਇਹ ਦੁਬਾਰਾ ਉਸੇ ਤਰ੍ਹਾਂ ਦਾ ਰੂਪ ਅਖਤਿਆਰ ਕਰ ਸਕਦੇ, ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ। ਅੱਜ ਵੀ ਇਹਨਾਂ ਦੇ ਪਿੱਛੇ ਉਹ ਤਮਾਮ ਲੋਕ ਨੇ, ਉਹ ਤਮਾਮ ਜਿਹੜਾ ਸਮਰਥਨ ਆ ਇਹਨਾਂ ਅੰਦੋਲਨ ਨੂੰ ਮਿਲ ਸਕਦਾ। ਔਰ ਮੈਂ ਕਈ ਵਾਰੀ ਦੇਖਿਆ ਕਿ ਕਈ ਵਾਰੀ ਲੱਗਦਾ ਹੁੰਦਾ ਕਿ ਇੰਨਾ ਵੱਡਾ ਅੰਦੋਲਨ ਦੁਬਾਰਾ ਖੜਾ ਨਹੀਂ ਕੀਤਾ ਜਾ ਸਕਦਾ, ਪਰ ਜੇ ਮੈਨੂੰ ਲੱਗਦਾ ਉਸ ਪਿੱਛੇ ਮਨਸ਼ਾ ਹੋਵੇ, ਦ੍ਰਿੜ ਨਿਸ਼ਚਾ ਹੋਵੇ, ਤੇ ਇਸ ਟਾਈਮ ਜਿਹੜੇ ਆ ਪੰਜਾਬ ਦੇ ਜਾਂ ਬਾਕੀ ਸੂਬਿਆਂ ਦੇ ਬਹੁਤ ਸਾਰੇ ਜਿਹੜੇ ਕਿਸਾਨ ਆ ਤੇ ਮਜ਼ਦੂਰ ਆ ਉਹ ਬਹੁਤ ਇਕੱਠੇ ਹੋ ਰਹੇ ਆ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਾਂ ਕੇਂਦਰ ਸਰਕਾਰ ਉਹਨਾਂ ਤੋਂ ਅੱਖ ਪਰੇ ਕਰ ਲੈਂਦੀ ਹੈ ਤੇ ਸ਼ਾਇਦ ਇਹ ਦੁਬਾਰਾ ਸਾਨੂੰ ਅੰਦੋਲਨ ਵੇਖਣ ਨੂੰ ਮਿਲ ਸਕਦਾ। ਥੋੜਾ ਸੀ ਜਿਹੜੀ ਚੋਣਾਂ ਦਾ ਜਿਹੜਾ ਅਮਲ ਮੁਕੰਮਲ ਹੋਇਆ ਸੀ ਉਹਦੇ 'ਤੇ ਥੋੜ੍ਹੀ ਜਿਹੀ ਗੱਲ ਕਰ ਲਈਏ, ਸਮਾਂ ਸਾਡੇ ਕੋਲ ਥੋੜ੍ਹਾ ਹੀ ਬਚਿਆ ਹੈ, ਪਰ ਦੋ ਕੁ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਹੈ। ਇੱਕ ਤਾਂ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਵਾਲੀ ਵੋਟਾਂ ਪਈਆਂ ਸੀ ਉਹਦੇ ਨਾਲੋਂ ਜਿਹੜੀ 5% ਦੀ ਜਿਹੜੀ ਦਰ ਆ ਉਹ ਘਟੀ ਹੈ ਇਸ ਵੇਲੇ। ਉਹਦੇ ਘਟਣ ਦੇ ਕਾਰਨ ਕੀ ਹੋ ਸਕਦੇ ਆ ਜਿੰਨਾ ਕੁ ਅਸੀਂ ਜਾਣਦੇ ਹਾਂ, ਮੈਂ ਇੱਕ ਤਾਂ ਤੁਹਾਡੇ ਤੋਂ ਥੋੜ੍ਹੀ ਜਿਹੀ ਜਾਣਕਾਰੀ ਲੈਣੀ ਚਾਹੁੰਦਾ ਹਾਂ। ਦੂਜੇ ਪਾਸੇ ਜਿਹੜੀਆਂ ਦਾਅਵੇਦਾਰੀਆਂ ਕੀਤੀਆਂ ਜਾ ਰਹੀਆਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕਿ ਕਾਂਗਰਸ ਪੰਜਾਬ 'ਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ, ਉਹਨਾਂ ਕੋਲੇ ਇਹ ਪੁਖਤਾ ਦਾਅਵਾ, ਕਿਉਂਕਿ ਪ੍ਰਿਯੰਕਾ ਗਾਂਧੀ ਖੁਦ ਅੱਗੇ ਆਏ ਆ, ਸੁਰਜੇਵਾਲਾ ਨੇ ਵੀ ਖੁਦ ਇਹ ਬਿਆਨ ਦਿੱਤਾ ਆ, ਹੋਰ ਵੀ ਵੱਡੇ ਲੀਡਰਾਂ ਨੇ ਇਹ ਬਿਆਨ ਅੱਜ ਜਾਰੀ ਕੀਤਾ ਹੈ ਕਿ ਸਾਡੀ ਸਰਕਾਰ ਦੁਬਾਰਾ ਬਣ ਰਹੀ ਹੈ। ਕਿਉਂਕਿ ਹਾਲੇ ਸੰਸਦ ਚੋਣਾਂ ਵੀ ਅੱਗੇ ਹੈ ਕਿ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਬਿਆਨ ਦਿੱਤੇ ਜਾ ਰਹੇ ਹਨ, ਉਹ ਵੀ ਮਾਮਲਾ ਹੈ ਨਹੀਂ। ਫਿਰ ਕੀ ਉਹਨਾਂ ਕੋਲ ਇਸ ਤਰ੍ਹਾਂ ਦੇ ਪੁਖਤਾ ਸਬੂਤ ਆ, ਕੀ ਇਸ ਤਰ੍ਹਾਂ ਦਾ ਉਹਨਾਂ ਨੂੰ ਵਿਸ਼ਵਾਸ, ਕਿਵੇਂ ਵਿਸ਼ਵਾਸ ਆ
ਕਿ ਉਹਨਾਂ ਦੀ ਸਰਕਾਰ ਬਣ ਸਕਦੀ ਹੈ। ਪਰ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਆਪਣਾ ਇਹਨਾਂ ਦੇ ਪ੍ਰਧਾਨ ਸਾਹਿਬ ਨੇ, ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ, ਉਹਨਾਂ ਨੇ ਕੁਝ ਜਿਹੜੇ MC ਨੇ ਉੱਥੋਂ ਦੇ ਲੋਕਲ, ਉਹਨਾਂ ਦੇ ਉੱਤੇ ਕੋਈ ਕਾਰਵਾਈ ਕੀਤੀ ਹੈ। 4-5 MC ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਕਿਉਂਕਿ ਉਹਨਾਂ ਨੇ ਸਿੱਧੂ ਦਾ ਸਾਥ ਨਹੀਂ ਦਿੱਤਾ ਚੋਣਾਂ ਦੇ ਵਿੱਚ। ਇਹ ਜਿਹੜੇ ਇੱਕ ਪਾਸੇ ਸਿੱਧੂ ਹੁਣੀ ਬਹੁਤ ਗੁੱਸੇ ਵਿੱਚ ਨੇ ਕਿ ਉਹਨਾਂ ਨੂੰ ਸਾਥ ਨਹੀਂ ਮਿਲਿਆ, ਦੂਜੇ ਪਾਸੇ ਦਾਅਵੇਦਾਰੀਆਂ ਵੀ ਜਿਤਾਈਆਂ ਜਾ ਰਹੀਆਂ। ਚੰਨੀ ਹੁਣੀ ਦਾਅਵੇਦਾਰੀ ਕਰ ਰਿਹਾ ਕਿ ਮੈਂ ਦੋਨੋਂ ਸੀਟਾਂ 'ਤੇ ਜਿੱਤਾਂਗਾ। ਇਹ ਦਾਅਵੇਦਾਰੀਆਂ ਦੇ ਪਿੱਛੇ ਕਾਰਨ ਕੀ ਹੋ ਸਕਦੇ ਹੈ? ਦੇਖੋ ਮਦਨਦੀਪ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਤੋਂ ਚੋਣਾਂ ਹੁੰਦੀਆਂ ਨੇ, ਜਿਹੜੀਆਂ ਵੀ ਚੋਣਾਂ ਹੋਣ, ਚਾਹੇ ਉਹ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਹੋਣ ਜਾਂ ਵਿਧਾਨ ਸਭਾਵਾਂ ਹੋਣ ਜਾਂ ਲੋਕ ਸਭਾ ਦੀਆਂ ਚੋਣਾਂ ਹੋਣ, ਦਾਅਵੇ ਸਾਰੀਆਂ ਪਾਰਟੀਆਂ ਦੇ ਰਹਿੰਦੇ ਨੇ ਔਰ ਵੱਧ ਤੋਂ ਵੱਧ ਦਾਅਵੇ ਕੀਤੇ ਜਾਂਦੇ ਨੇ। ਦਾਅਵੇ ਕਰਨ ਦੇ ਵਿੱਚ ਨਾ ਤਾਂ ਕਿਸੇ ਨੂੰ ਕੋਈ ਰੋਕ ਟੋਕ ਆ ਤੇ ਨਾ ਕੋਈ ਇਸ ਤਰ੍ਹਾਂ ਦਾ ਕਾਨੂੰਨ ਆ ਕਿ ਇਹਨਾਂ ਨੂੰ ਰੋਕਿਆ ਜਾ ਸਕੇ, ਕਿਉਂਕਿ ਹਰ ਪਾਰਟੀ ਆ ਜਿਹੜੀ ਉਹ ਆਪਣਾ ਕੌਨਫੀਡੈਂਸ ਦਿਖਾਉਂਦੀ ਆ। ਉਹਨੂੰ ਲੱਗਦਾ ਕਿ ਅਸੀਂ ਜਿਹੜੀ ਆ ਇਸ ਵਾਰੀ ਸਰਕਾਰ ਬਣਾਵਾਂਗੇ। ਹਾਲਾਂਕਿ ਅੰਦਰ ਖਾਤੇ ਇਹਨਾਂ ਨੂੰ ਸਾਰਿਆਂ ਨੂੰ ਕੁਛ ਨਾ ਕੁਛ ਜਾਣਨਾ ਜ਼ਰੂਰ ਹੁੰਦਾ ਕਿ ਸਾਡੀਆਂ ਕਿੰਨੀਆਂ ਸੀਟਾਂ ਆ ਰਹੀਆਂ ਨੇ ਜਾਂ ਅਸੀਂ ਉਸ ਬਹੁਮਤ ਵੱਲ ਪਹੁੰਚਾਂਗੇ ਜਾਂ ਨਹੀਂ ਪਹੁੰਚਾਂਗੇ। ਖੈਰ, ਦਾਅਵੇ ਕਰਨ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੋਈ ਆਪਾਂ ਨੂੰ ਹਰਜ਼ ਨਹੀਂ, ਲੇਕਿਨ ਜਿਹੜੀ ਤੁਸੀਂ ਨਵਜੋਤ ਸਿੰਘ ਸਿੱਧੂ ਹੋਣਾ ਵਾਲੀ ਗੱਲ ਕੀਤੀ ਹੈ ਕਿ ਉੱਥੋਂ ਦੇ ਕੁਝ ਕਾਉਂਸਲਰਸ ਨੇ ਉਹਨਾਂ ਦਾ ਚੋਣ ਦੇ ਵਿੱਚ ਸਾਥ ਨਹੀਂ ਦਿੱਤਾ, ਕਿ ਇੱਕ ਪਾਸੇ ਤਾਂ ਕਾਂਗਰਸ ਦੀ ਜਿਹੜੀ ਹਾਈ ਕਮਾਂਡ ਆ ਜਾਂ ਜਿਹੜੇ ਵੱਡੇ ਲੀਡਰ ਆ ਉਹ ਦੁਬਾਰਾ ਕਾਂਗਰਸ ਦੀ ਸਰਕਾਰ ਬਣਾਉਣ ਦਾ ਪੰਜਾਬ ਦੇ ਵਿੱਚ ਦਾਅਵਾ ਕਰ ਰਹੇ ਨੇ, ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਆਪਣੇ ਕੁਝ ਕਾਉਂਸਲਰਸ ਨੂੰ ਪਾਰਟੀ ਚੋਂ ਇਸ ਕਰਕੇ ਬਾਹਰ ਦਾ ਰਾਹ ਦਿਖਾ ਰਹੇ ਆ ਕਿਉਂਕਿ ਉਹਨਾਂ ਨੇ ਉਹਨਾਂ ਦਾ ਅੰਮ੍ਰਿਤਸਰ ਸੀਟ ਤੋਂ, ਜਿਹੜੀ ਅੰਮ੍ਰਿਤਸਰ ਈਸਟ ਵਾਲੀ ਸੀਟ ਹੈ, ਜਾਂ ਚੋਣ ਦੇ ਵਿੱਚ ਸਾਥ ਨਹੀਂ ਦਿੱਤਾ। ਦੇਖੋ, ਹੋ ਸਕਦਾ ਕਾਂਗਰਸ ਦੇ ਵਿੱਚ ਜਿਹੜਾ ਇਹ ਇਨਡਿਸਪਲਿਨ ਆ, ਅਨੁਸ਼ਾਸਨਹੀਨਤਾ, ਇਹ ਕੋਈ ਕੱਲੀ ਅੰਮ੍ਰਿਤਸਰ ਈਸਟ ਸੀਟ ਦੇ ਵਿੱਚ ਨਹੀਂ ਆ। ਤੁਸੀਂ ਚਾਰੇ ਪਾਸੇ ਨਜ਼ਰ ਮਾਰੋ ਤੇ ਇਸ ਤਰ੍ਹਾਂ ਦੀ ਅਨੁਸ਼ਾਸਨਹੀਨਤਾ ਤੁਹਾਨੂੰ ਕਾਂਗਰਸ ਦੇ ਵਿੱਚ ਆਮ ਨਜ਼ਰ ਆਊਗੀ। ਤੁਸੀਂ ਦੇਖੋ, ਥੋੜੇ ਦਿਨ ਪਹਿਲਾਂ ਇਹਨਾਂ ਨੇ ਕੇਵਲ ਢਿੱਲੋਂ ਨੂੰ, ਤਰਸੇਮ DC ਨੂੰ ਔਰ ਇਸੇ ਤਰ੍ਹਾਂ ਅਮਰੀਕ ਸਿੰਘ ਢਿੱਲੋਂ ਹੋਣਾ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾਤਾ। ਸਾਰੇ ਹੀ ਤਕਰੀਬਨ 2 ਤਾਂ ਸਿਟਿੰਗ MLA ਸੀ ਤੇ ਇੱਕ ਉਹਨਾਂ ਚੋਂ ਸਾਬਕਾ MLA ਸੀ, ਕਿਉਂਕਿ ਉਹਨਾਂ ਦੀ ਐਂਟੀ ਪਾਰਟੀ ਐਕਟੀਵਿਟੀ ਸੀ। ਪਰ ਨਾਲ ਦੀ ਨਾਲ ਰਾਣਾ ਗੁਰਜੀਤ ਸਿੰਘ ਹੋਣਾ ਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਰਾਣਾ ਗੁਰਜੀਤ ਸਿੰਘ ਜਿਹੜੇ ਆਪਣੇ ਮੁੰਡੇ ਨੂੰ ਇੰਡੀਪੈਂਡੈਂਟ ਲੜਾ ਰਹੇ ਨੇ, ਤੇ ਸੁਲਤਾਨਪੁਰ ਲੋਧੀ ਦੇ ਜਿਹੜੇ ਅਫੀਸ਼ੀਅਲ ਕੈਂਡੀਡੇਟ ਸੀ ਨਵਤੇਜ ਸਿੰਘ ਚੀਮਾ, ਉਹਨਾਂ ਦੇ ਸ਼ਰੇਆਮ ਖਿਲਾਫ ਡਟ ਕੇ ਉਹਨਾਂ ਨੇ ਮੋਰਚਾ ਖੋਲਿਆ ਸੀ। ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ। ਇਸੇ ਤਰ੍ਹਾਂ ਨਾ ਹੀ ਪ੍ਰਨੀਤ ਕੌਰ ਜਿਹੜੇ MP ਆ, ਉਹਨਾਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ। ਜਦੋਂ ਮਨਪ੍ਰੀਤ ਜੀ, ਜਿਹੜਾ ਰਾਣਾ ਗੁਰਜੀਤ ਸਿੰਘ ਹੋਣੀ ਹੈ, ਇਹ ਬੜਾ ਦਿਲਚਸਪ ਮਾਮਲਾ ਹੈ ਕਿ ਇਹਨਾਂ ਦੇ ਖਿਲਾਫ ਹਾਈ ਕਮਾਂਡ ਕਿਉਂ ਨਹੀਂ ਕਾਰਵਾਈ ਕਰ ਸਕੀ? ਹਾਈ ਕਮਾਂਡ ਦੀ ਕਿਉਂ ਨਹੀਂ ਜ਼ਰੂਰਤ ਪਈ ਇਹਨਾਂ ਦੇ ਖਿਲਾਫ ਕੁਛ ਕਰਨ ਦੀ ਜਾਂ ਕੁਛ ਕਹਿਣ ਦੀ? ਇਹਦੇ ਕੀ ਕਾਰਨ ਹੋ ਸਕਦੇ ਆ? ਮੋਟੀ ਸਾਮੀ ਕਰਕੇ? ਦੇਖੋ, ਇਹ ਕਾਰਨ ਹੋ ਸਕਦਾ। ਇਹ ਕਾਰਨ ਤਾਂ ਤੁਸੀਂ ਦੇਖੋ, ਹਾਈ ਕਮਾਂਡ ਆ ਜਾਂ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਆ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ, ਉਸ ਦੌਰਾਨ ਹਰੀਸ਼ ਚੌਧਰੀ ਆ ਜਿਹੜੇ ਜਨਰਲ ਸਕੱਤਰ ਨੇ ਤੇ ਪੰਜਾਬ ਦੇ ਮਾਮਲਿਆਂ ਦੇ ਇੰਚਾਰਜ ਆ, ਉਹਨਾਂ ਨੂੰ ਬੜਾ ਸਪੈਸੀਫਿਕਲੀ ਇਹ ਸਵਾਲ ਪੁੱਛਿਆ ਗਿਆ ਸੀ, ਪਰ ਉਹ ਸਵਾਲ ਟਾਲ ਗਏ। ਉਹਨਾਂ ਨੂੰ ਜਦੋਂ ਪੁੱਛਿਆ ਕਿ ਤੁਹਾਡੀ ਜਿਹੜੀ ਕਾਰਵਾਈ ਆ ਉਸ ਚੂਜ਼ ਐਂਡ ਪਿਕ ਕਿਉਂ ਆ, ਤੁਸੀਂ ਸਿਰਫ ਕਿਸੇ ਨੂੰ ਪਿਕ ਐਂਡ ਚੂਜ਼ ਕਿਉਂ ਤੁਸੀਂ ਕਰਦੇ ਹੋ? ਕੁਝ ਖਾਸ ਬੰਦਿਆਂ ਦੇ ਖਿਲਾਫ ਤਾਂ ਤੁਸੀਂ ਕਾਰਵਾਈ ਕਰ ਲਈ, ਪਰ ਕੁਝ ਜਿਹੜੇ ਹੋਰ ਤੁਹਾਡੇ ਖਾਸ ਆ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਹੀ ਛੱਡਤਾ। ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਉਹ ਕਹਿੰਦੇ ਅੱਜ ਅਸੀਂ ਇਹ ਗੱਲ ਕਰਨੀ ਨਹੀਂ। ਸੋ ਮੈਨੂੰ ਨਹੀਂ ਲੱਗਦਾ ਕਾਂਗਰਸ ਦੀ ਹਾਈ ਕਮਾਂਡ ਹੋਵੇ, ਸੀਨੀਅਰ ਲੀਡਰਸ਼ਿਪ ਹੋਵੇ। ਨਵਜੋਤ ਸਿੰਘ ਸਿੱਧੂ ਵੀ ਉੱਥੇ ਬੈਠੇ ਸੀ। ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਸਵਾਲ ਪੁੱਛਿਆ ਕਿ ਤੁਸੀਂ ਕੁਝ ਬੰਦਿਆਂ ਨੂੰ ਕੱਢਤਾ। ਉਹ ਕਹਿੰਦੇ ਮੈਂ ਨਹੀਂ ਕੱਢਿਆ ਜੀ, ਹਾਈ ਕਮਾਂਡ ਨੇ ਕੱਢਿਆ, ਤੁਸੀਂ ਇਹਨਾਂ ਤੋਂ ਪੁੱਛੋ। ਸੋ ਸਾਰੇ ਇਸ ਤਰ੍ਹਾਂ ਦਾ ਜਿਹੜਾ MLA ਨੂੰ, ਮੌਜੂਦਾ MLA ਨੂੰ, ਜਿਹੜਾ ਸੂਬੇ ਦਾ ਪ੍ਰਧਾਨ ਆ, ਉਹ ਨਹੀਂ ਕੱਢ ਸਕਦਾ ਵੈਸੇ, ਜਿਹੜਾ ਇਹਨਾਂ ਦਾ ਜੋ ਹੈ ਪਾਰਟੀ ਦਾ। ਲੇਕਿਨ ਸਿੱਧੂ ਹੋਣਾ ਨੇ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਲਗਾਤਾਰ ਮੋਰਚਾ ਜ਼ਰੂਰ ਖੋਲ੍ਹੀ ਰੱਖਿਆ ਆ, ਇਸ ਕਰਕੇ ਉਹ ਦੋਸ਼ੀ ਨਹੀਂ ਬਣਦੇ ਇਸ ਮਾਮਲੇ ਵਿੱਚ। ਪਰ ਹਾਈ ਕਮਾਂਡ ਦੇ ਵੱਲੋਂ ਕਾਰਵਾਈ ਨਾ ਕੀਤੀ ਜਾਣੀ, ਪ੍ਰਧਾਨ ਵੀ ਕਹਿ ਰਹੇ ਆ। ਪ੍ਰਧਾਨ ਦੇ ਕਹਿਣ ਦੇ ਬਾਵਜੂਦ ਕੈਬਨਿਟ ਦੇ ਵਿੱਚ ਰੱਖਣਾ, ਉਸ ਤੋਂ ਬਾਅਦ ਫਿਰ ਉਹ ਇੱਕ ਤਰ੍ਹਾਂ ਨਾਲ ਬਾਗੀ ਹੋ ਜਾਂਦੇ ਆ, ਫਿਰ ਉਹਨਾਂ ਨੂੰ ਬਰਦਾਸ਼ਤ ਕਰਨਾ, ਇਹ ਕਾਫੀ ਵੱਡੇ ਸਵਾਲ ਆ। ਸ਼ਾਇਦ ਆਉਣ ਵਾਲੇ ਸਮੇਂ ਵਿੱਚ ਲੋਕ ਇਹਦੇ ਬਾਰੇ ਦੁਬਾਰਾ ਵੀ ਚਰਚਾ ਕਰਨਗੇ। ਅਸੀਂ ਵੀ ਸ਼ਾਇਦ ਦੁਬਾਰਾ ਚਰਚਾ ਕਰੀਏ। ਅੱਜ ਦਾ ਸਮਾਂ ਸਮਾਪਤ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਜੀ, ਬਹੁਤ ਬਹੁਤ ਧੰਨਵਾਦ।